ਅਜੀਤ ਵੈਬ ਟੀਵੀ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਤਿੰਦਰ ਕੱਦ। ਅਸੀਂ ਪਹੁੰਚੇ ਹਾਂ ਬਟਾਲਾ 'ਚ ਸਰਦਾਰ ਭੁਪਿੰਦਰ ਸਿੰਘ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ। ਉਹਨਾਂ ਨੇ ਅੱਜ ਉਹਨਾਂ ਦੇ ਘਰ ਕੇਂਦਰ ਸਰਕਾਰ ਵੱਲੋਂ ਜਿਹੜੀ MSP 'ਤੇ ਕਮੇਟੀ ਬਣਾਈ ਗਈ ਹੈ, ਉਹਨਾਂ ਦੇ 2 ਮੈਂਬਰ ਜਿਹੜੇ ਨੇ ਇੱਥੇ ਬਟਾਲਾ ਪਹੁੰਚੇ ਨੇ। ਉਹ ਕਿਸਾਨਾਂ ਦੀ ਰਾਏ ਲੈਣਗੇ MSP ਦੇ ਸੰਬੰਧ 'ਚ, ਅਤੇ ਉਹ ਜਿਹੜੀ ਰਿਪੋਰਟ ਹੈ ਉਹ ਕੇਂਦਰ ਸਰਕਾਰ ਤੱਕ ਪਹੁੰਚਾਈ ਜਾਏਗੀ। ਉਹਦੇ ਸੰਬੰਧ 'ਚ ਅੱਜ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ। ਅਸੀਂ ਹੁਣ ਗੱਲਬਾਤ ਕਰਾਂਗੇ ਜਿਹੜੇ 2 ਨੁਮਾਇੰਦੇ ਕੇਂਦਰ ਸਰਕਾਰ ਦੇ MSP ਕਮੇਟੀ ਦੇ ਨੇ, ਉਹ ਕੀ ਕਹਿੰਦੇ ਨੇ, ਕੀ ਉਹਨਾਂ ਦੀ ਆਉਣ ਦੀ ਇੱਥੇ ਖਾਸ ਵਜ੍ਹਾ ਹੈ। ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਇੱਕ ਕਿਸਾਨਾਂ ਦੇ ਮਸਲੇ ਸੋਚਣ ਲਈ, ਗੰਭੀਰਤਾ ਨਾਲ ਉਹਨੂੰ ਵਿਚਾਰਨ ਲਈ ਇੱਕ MSP ਕਮੇਟੀ ਬਣਾਈ ਹੈ। ਉਸ ਕਮੇਟੀ ਦੇ 2 ਮੈਂਬਰ ਠਾਕੁਰ ਗੁਣੀ ਪ੍ਰਕਾਸ਼ ਜੀ ਸਾਡੇ ਵਿੱਚ ਨੇ, ਤੇ ਪਾਸ਼ਾ ਪਟੇਲ ਇਹ ਮਹਾਰਾਸ਼ਟਰ ਤੋਂ, ਇਹ ਉਸ ਕਮੇਟੀ ਦੇ ਮੈਂਬਰ ਨੇ। ਉਹਨਾਂ ਨੂੰ ਅੱਜ ਅਸੀਂ ਇੱਥੇ ਸੱਦਾ ਪੱਤਰ ਦੇ ਕੇ ਤੇ ਸਾਰੇ, ਕਿਉਂਕਿ ਇਹਨਾਂ ਨੇ ਇਹ ਇਸ਼ੂ ਇਹਨਾਂ ਦਾ ਕਿ ਅਸੀਂ ਉੱਥੇ ਕਮੇਟੀ ਵਿੱਚ ਜਿਹੜੀ ਗੱਲ ਰੱਖਣੀ ਚਾਹੁੰਦੇ ਆ ਉਹ ਅਸੀਂ ਸਮਝਣੀ ਵੀ ਚਾਹੁੰਦੇ ਹਾਂ ਕਿ ਇੱਥੇ ਦੇ ਕਿਸਾਨ, ਇੱਥੇ ਦੇ ਲੋਕ ਕੀ ਸਮਝਦੇ ਨੇ। ਉਹਦੇ ਕਰਕੇ ਇਹਨਾਂ ਨੂੰ ਇੱਥੇ ਇਨਵਾਈਟ ਕੀਤਾ ਸੀ। ਇਹ ਕਹਿੰਦੇ ਸੀ ਅਸੀਂ ਸਮਝਣਾ ਚਾਹੁੰਦੇ ਹਾਂ। ਅੱਜ ਇਹਨਾਂ ਨੇ ਇਸ ਮਸਲੇ 'ਤੇ ਸੰਵਾਦ ਇਹ ਸਾਰਿਆਂ ਨਾਲ ਕੀਤਾ। ਉਹ ਸੰਵਾਦ ਵਿੱਚ ਜੋ ਇਹਨਾਂ ਨੇ ਵੇਖਿਆ ਉਹ ਤੁਹਾਡੇ ਨਾਲ ਇਹ ਸਾਂਝਾ ਕਰਨ। ਮੇਰੀ ਇਹਦੇ 'ਚ ਕੋਈ ਬਹੁਤ ਭੂਮਿਕਾ ਨਹੀਂ, ਮੇਰੀ ਤਾਂ ਸਿਰਫ ਇੰਨੀ ਹੈ ਕਿ ਮੈਂ ਇਹਨਾਂ ਨੂੰ ਵੈਲਕਮ ਕੀਤਾ, ਜੀ ਆਇਆਂ ਆਖਿਆ, ਔਰ ਬਾਕੀ ਸਾਰਿਆਂ ਨੇ ਅਸੀਂ ਇਹਨਾਂ ਨੂੰ ਜੀ ਆਇਆਂ ਆ ਕੇ ਇਹਨਾਂ ਨਾਲ ਸੰਵਾਦ ਰਚਾਇਆ। ਉਹ ਇਹਦੇ ਬਾਰੇ ਠਾਕੁਰ ਗੁਣੀ ਪ੍ਰਕਾਸ਼ ਜੀ ਇਹਦੇ ਬਾਰੇ ਦੱਸਣਗੇ। ਉਸ ਤੋਂ ਬਾਅਦ ਪਾਸ਼ਾ ਪਟੇਲ ਜੀ ਥੋੜੀ ਜੀ ਇਹਦੇ ਬਾਰੇ ਦੱਸਣਗੇ। ਇੱਕ ਗੱਲ ਇਹ ਹੈ ਕਿ ਜਦੋਂ ਵੀ ਤੁਹਾਡੀ ਮੀਟਿੰਗ ਹੁੰਦੀ ਕਿਸਾਨਾਂ ਦੀ, ਉੱਥੇ ਕਿਸਾਨਾਂ ਦੀ ਹੀ ਗੱਲ ਕੀਤੀ ਜਾਂਦੀ ਹੈ ਜੀ, ਤੇ ਜਿਹੜੇ ਦਿਹਾੜੀਦਾਰ ਨੇ ਉਹਨਾਂ ਦੀ ਦਿਹਾੜੀ ਦੀ ਕਿਤੇ ਗੱਲ ਨਹੀਂ ਕੀਤੀ ਜਾਂਦੀ ਕਿ ਦਿਹਾੜੀ ਵਧਾਣੀ ਹੈ ਘਟਾਣੀ, ਕਦੀ ਗੱਲ ਨਹੀਂ ਹੋਈ। ਠੀਕ ਹੈ, ਇਹ ਇਸ ਤਰ੍ਹਾਂ ਦੀ ਨਹੀਂ, ਅੱਜ ਵੀ ਇਹ ਗੱਲ ਹੋਈ ਹੈ। ਲੇਕਿਨ ਆਰਥਿਕਤਾ ਜਿਹੜੀ ਹੈ ਉਹ ਜਿਹੜਾ ਖੂਨ ਪਸੀਨੇ ਦੀ ਮਿਹਨਤ ਹੈ, ਅਸੀਂ ਉਹਦੇ ਤੋਂ ਸ਼ੁਰੂ ਕਰਦੇ ਹਾਂ। ਖੂਨ ਪਸੀਨੇ ਦੀ ਮਿਹਨਤ ਜਿਹੜੀ ਹੈ ਉਹ ਹਰ ਇੱਕ ਦੀ ਹੈ। ਜਿਹੜਾ ਵੀ ਮਿਹਨਤ ਕਰਦੇ ਆ, ਅਸੀਂ ਹਰ ਮਿਹਨਤ ਦੇ ਮੁੱਲ ਦੀ ਕੀਮਤ ਕਰਦੇ ਹਾਂ। ਔਰ ਉਹ ਭਾਵੇਂ ਖੇਤੀ ਕਰਦਾ, ਭਾਵੇਂ ਉਹ ਸੋਚ ਵਿਚਾਰ ਕਰਦਾ। ਅਸੀਂ ਕਹਿੰਦੇ ਹਾਂ ਕਿ ਹਰ ਪ੍ਰੋਡਿਊਸਰ ਜਿਹੜਾ ਉਤਪਾਦਕ ਉਹ ਸਤਿਕਾਰਯੋਗ ਹੋਣਾ ਚਾਹੀਦਾ ਦੇਸ਼ ਦਾ। ਔਰ ਪ੍ਰੋਡਿਊਸਰ ਦੇ ਵਿੱਚ ਸਭ ਤੋਂ ਉੱਤੇ ਅਸੀਂ ਗਿਣਦੇ ਹਾਂ ਆਈਡੀਆਜ਼ ਦਾ ਪ੍ਰੋਡਿਊਸਰ, ਵਿਚਾਰਾਂ ਦਾ ਉਤਪਾਦਕ। ਦੂਜੇ ਨੰਬਰ 'ਤੇ ਅਸੀਂ ਗਿਣਦੇ ਹਾਂ ਜਿਹੜਾ ਸਰਵਿਸਿਜ਼ ਦਾ ਪ੍ਰੋਡਿਊਸਰ ਹੈ, ਜਿਵੇਂ ਵੀ ਸਰਵਿਸਿਜ਼ ਦੇ ਰਿਹਾ, ਲੋਕਾਂ ਨੂੰ ਇਸ਼ੂਜ਼ ਇਨਫੋਰਮੇਸ਼ਨ ਪਹੁੰਚਾ ਰਿਹਾ, ਹੋਰ ਸਰਵਿਸਿਜ਼ ਦੇ ਰਿਹਾ। ਉਸ ਤੋਂ ਬਾਅਦ ਅਸੀਂ ਪ੍ਰੋਡਿਊਸਰ ਗਿਣਦੇ ਹਾਂ ਗੁੱਡਸ ਐਂਡ ਮਟੀਰੀਅਲ ਦੇ ਪ੍ਰੋਡਿਊਸਰ। ਔਰ ਗੁੱਡਸ ਐਂਡ ਮਟੀਰੀਅਲ ਦੇ ਪ੍ਰੋਡਿਊਸਰ ਜਿਹੜੇ ਨੇ ਉਹਨਾਂ ਦੇ ਵਿੱਚ ਅਸੀਂ ਗਿਣਦੇ ਹਾਂ ਕਿ ਜਿਹੜਾ ਮਿਹਨਤ ਦਾ ਇਵਜ਼ਾਨਾ ਹੈ, ਦਸਾਂ ਦੀ ਕਿਰਤ ਹੈ, ਉਹ ਹਰ ਇੱਕ ਦੀ ਜਿਹੜੀ ਹੈ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਔਰ ਅਸੀਂ ਤੁਸੀਂ ਇੱਕ ਗੱਲ ਕੀਤੀ ਹੈ, ਜਿਹੜਾ ਜਿਹਦੀ ਜ਼ਮੀਨ ਦੀ ਮਾਲਕੀ ਨਹੀਂ, ਤੁਸੀਂ ਉਹਦੀ ਗੱਲ ਕੀਤੀ। ਜ਼ਮੀਨ ਦਾ ਮਾਲਕ ਜਾਂ ਜ਼ਮੀਨ ਦਾ ਮਾਲਕ ਨਾ ਹੋਣਾ, ਉਹਨਾਂ ਦੋਵਾਂ ਸਾਰਿਆਂ ਦੀ ਜਿਹੜੀ ਮਜ਼ਦੂਰੀ ਹੈ ਉਹਦਾ ਲਿੰਕ ਉਹਦੀਆਂ ਕੀਮਤਾਂ ਨਾਲ ਜੁੜਿਆ ਹੋਇਆ। ਔਰ ਉਹ ਕੀਮਤਾਂ ਦੇ ਨਾਲ ਹਰ ਇੱਕ ਚੀਜ਼ ਜੁੜੀ ਹੋਈ ਹੈ, ਜਿਹਦੀ ਅਸੀਂ ਪ੍ਰੋੜਤਾ ਕਰਦੇ ਹਾਂ ਕਿ ਕੀਮਤਾਂ ਉਹਦੀ ਕਾਸਟ ਆਫ ਪ੍ਰੋਡਕਸ਼ਨ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਕਾਸਟ ਆਫ ਪ੍ਰੋਡਕਸ਼ਨ ਵਿੱਚ ਹਰ ਇੱਕ ਦੀ ਮਿਹਨਤ ਜਿਹੜੀ ਉਹ ਜੁੜੀ ਹੋਣੀ ਚਾਹੀਦੀ ਹੈ, ਜਿਹੜੀ ਕਿ ਇਸ ਵੇਲੇ ਨਹੀਂ ਜੁੜੀ ਹੋਈ, ਕਿਉਂਕਿ ਉਹ ਜਿਹੜੀ ਮਿਹਨਤ ਹੈ ਉਹਦਾ ਇਵਜ਼ਾਨਾ ਗਵਰਨਮੈਂਟ ਆਫ ਇੰਡੀਆ ਤੋਂ ਆਉਂਦਾ, ਜਿਹੜਾ MSP ਦੇ ਵਿੱਚ ਹੈ। ਇਸ ਕਰਕੇ ਤੁਹਾਡਾ ਇਹ ਸਵਾਲ ਜਿਹੜਾ ਇਹ ਇਸ਼ੂ ਤੋਂ ਅਸੀਂ ਸਮਝਦੇ ਹਾਂ ਕਿ ਬੇਸਿਕ ਇਸ਼ੂ ਇਹ ਹੈ ਕਿ ਜਿਹੜਾ ਮਿਹਨਤਾਨਾ ਹੈ ਉਹ ਹਰ ਕਾਸਟ ਆਫ ਪ੍ਰੋਡਕਸ਼ਨ ਵਿੱਚ ਗਿਣਿਆ ਜਾਣਾ ਚਾਹੀਦਾ, ਜਿਹੜਾ ਕਿ ਇਸ ਵੇਲੇ ਨਹੀਂ ਗਿਣਿਆ ਜਾ ਰਿਹਾ। ਮੇਰਾ ਖਿਆਲ ਇਹਨੂੰ ਕਲੀਅਰ ਹੋਣਾ ਚਾਹੀਦਾ ਹੈ। ਇਹ MSP ਜਿਹੜੀ ਹੈ ਨਾ, ਮਿਨੀਮਮ ਸਪੋਰਟ ਪ੍ਰਾਈਸ, ਇਹ ਮਿਨੀਮਮ ਸਪੋਰਟ ਪ੍ਰਾਈਸ ਦੀ ਕਮੇਟੀ ਨਹੀਂ। ਇਹ ਕਮੇਟੀ ਹੈ ਕਿ ਜਿਹੜੀ ਗਵਰਨਮੈਂਟ ਨੇ ਕਮੇਟੀ ਬਣਾਈ ਹੈ ਕਿ MSP ਬਾਰੇ ਕੀ ਕੀਤਾ ਜਾਏ। ਹਾਂ, ਮੈਂ ਉਹੀ ਮੇਰਾ ਸਵਾਲ ਹੈ ਜਿਹੜੀ ਕਮੇਟੀ ਦੇ ਕਾਨਸਟੀਟਿਊਟ ਕੀਤੀ ਹੈ ਉਹਦੇ ਮੈਂਬਰ, ਲੇਕਿਨ ਜਦੋਂ ਆਪਾਂ ਸਵਾਮੀਨਾਥਨ ਰਿਪੋਰਟ ਦੀ ਗੱਲ ਕਰਦੇ ਤੇ ਉਹ ਤਾਂ ਸਾਰਾ ਕੁਝ ਸਰਕਾਰਾਂ ਉਹ ਜਿਹੜੀ ਇਸ ਵੇਲੇ ਦੀ ਇਕੋਨਮੀ ਹੈ ਉਹਦੇ ਵਿੱਚ ਕਾਸਟ ਆਫ ਪ੍ਰੋਡਕਸ਼ਨ ਨੂੰ ਕਿਸ ਤਰੀਕੇ ਨਾਲ ਉਹ ਕਰਦੇ ਨੇ ਕਿ ਉਹਦੇ ਵਿੱਚ ਜਿਹੜੀਆਂ ਟਰਮਸ ਆਫ ਰੈਫਰੈਂਸ ਨੇ, ਉਹ ਟਰਮਸ ਆਫ ਰੈਫਰੈਂਸ ਵਿੱਚ ਕਾਸਟ ਆਫ ਪ੍ਰੋਡਕਸ਼ਨ ਨਹੀਂ, ਉਹਦੇ 'ਚ
ਕੰਜ਼ਿਊਮਰ ਦੀ ਜੇਬ ਦਾ ਧਿਆਨ ਰੱਖਣਾ। ਇਸ ਕਰਕੇ ਇਹ ਸਾਰਾ ਜਿਹੜਾ ਨਾ ਜਿਹੜਾ ਸਵਾਮੀਨਾਥਨ ਦੀ ਰਿਪੋਰਟ ਹੈ, ਉਸ ਰਿਪੋਰਟ ਵਿੱਚ ਉਹਦੀ ਜਿਹੜੀ ਕੀਮਤ ਆਉਂਦੀ ਹੈ ਉਹਦੇ 'ਚ ਨੈਚੁਰਲ ਕਲੈਮਿਟੀਜ਼ ਦਾ ਇਸ਼ੂ ਆਉਂਦਾ, ਉਹ ਨਹੀਂ ਗਿਣਿਆ ਜਾਂਦਾ। ਜਿਹੜੀ ਉਹਦੇ 'ਚ ਹੋਰ ਜੋ ਉਹਦੀ ਕਾਸਟ ਆਫ ਪ੍ਰੋਡਕਸ਼ਨ ਐਕਚੁਅਲ ਆਉਂਦੀ ਹੈ ਉਹ ਨਹੀਂ ਗਿਣਿਆ ਜਾਂਦਾ। ਉਹਦੀ ਲੇਬਰ, ਉਹਦਾ ਕੰਪੋਨੈਂਟ ਨਹੀਂ ਗਿਣਿਆ ਜਾਂਦਾ। ਉਹ ਸਾਰਾ ਕੁਝ ਗਿਣਨ ਵਿੱਚ ਇਹ ਗ੍ਰਿਮਿਕ ਹੈ। ਗੱਲ ਨੂੰ ਐਵੇਂ ਦੂਜੇ ਬੰਨੇ ਟੇਢ ਦੇਣ ਦੀ ਗੱਲ ਹੈ। ਇਸ ਕਰਕੇ ਇਹ ਲਾਗੂ ਨਹੀਂ ਹੁੰਦੀ ਐਵੇਂ ਟੇਢ ਦੇਣ ਦੀ। ਸਰ ਬਟਾਲਾ ਆਇਓ ਤੁਸੀਂ, ਕਿੰਨਾ ਮੁੱਦਿਆਂ ਨੂੰ ਲੈ ਕੇ ਅੱਜ ਜਿਹੜੀ ਤੁਸੀਂ ਇਹ संवाद रचाया मान साहब जी ने? हाँ जी, सबसे पहले जब ये कमेटी बनी थी और उसकी पहली मीटिंग दिल्ली में हुई थी जी, अभी तक जितनी भी कमेटियां बनी किसान मसले पे वो एसी में तय हुई। और पहला सुझाव मेरा और पासा पटेल का ये था कि भाई अगर आप कमेटी के हम मेंबर बनाए तो सीधा संवाद हम किसानों से करेंगे और उनकी फीडबैक लेंगे जी। और फीडबैक के तहत पासा पटेल उधर दक्षिण के कुछ इलाकों में गए। मैं यहाँ पंजाब में भी आया, हरियाणा और राजस्थान और उत्तर प्रदेश में। अब आज हमने बटाला में पंजाब के किसानों से रूबरू हुए और हमने पूछा भी इसका रूप क्या होना चाहिए इसमें, क्योंकि 3 तरह की है। एक तो MSP पे भी कैसे तय हो, कैसे सुनिश्चित हो, और ये प्राकृतिक जो खेती है उस पे कैसे हो, और तीसरा है कि फसल जो विविधीकरण है ਇਹਦੇ 'ਚ ਕੀ ਗੱਲ ਹੋਏ। ਸਾਡਾ ਕਹਿਣਾ ਹੈ ਕਿਸਾਨਾਂ ਤੋਂ ਸਾਡੀ ਫੀਡਬੈਕ ਇਹ ਆਈ ਕਿ ਵੀ ਜਿਹੜਾ ਹਰਿਆਣਾ ਪੰਜਾਬ ਦਾ ਕਿਸਾਨ ਹੈ ਮੁੱਖ ਤੌਰ ਤੇ ਉਹ ਤੇ ਝੋਨੇ ਦੀ ਤੇ ਉਹਦੀ ਕਰਦੇ ਹੋ, ਔਰ ਉਹ ਜਿਹੜੀ MSP ਜਿਹੜੀ ਕੀਮਤ ਹੈ ਉਹ ਕੀਮਤ ਸਰਕਾਰ ਦੇ ਰਾਹੀਂ MSP ਤੈਅ ਕਰਦੀ ਹੈ ਤੇ ਉਹ ਬਾਜ਼ਾਰ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਜੀ। ਇੱਥੇ ਹਰਿਆਣਾ ਦੇ ਪੰਜਾਬ ਦੇ ਕਿਸਾਨਾਂ ਦੇ ਬਤੇ ਕੁਝ ਟਾਈਮ ਤੋਂ ਇੱਥੇ ਮਟਰ ਦੀ ਖੇਤੀ ਇਹਨਾਂ ਨੇ ਸ਼ੁਰੂ ਕਰੀ। ਉਹ ਕਿਉਂ ਕਰੀ? ਉਹ ਪਾਕਿਸਤਾਨ ਦਾ ਨੇੜੇ ਹੀ ਉਹ ਬਾਰਡਰ ਖੋਲ੍ਹ ਦਿਆ। ਟਮਾਟਰ ਦੀ ਖੇਤੀ ਕਰੀ। तो मेरे ख्याल के यहाँ पंजाब दे भारी मात्रा ते मटर दी ते टमाटर दी खेती हुई और पंजाब आना जाना शुरू हो गया। तो फिर इन्होंने की कराया, उहदे ते पाबंदी ला दी। आज मेरा ख्याल के किसी भी खेत कोई मटर दी खेती नहीं है। उसका कारण है कि मंडी का मतलब है दुनिया की मंडी। मंडी का मतलब है नहीं बटाला की मंडी है, अमृतसर दी या खन्ने की मंडी है। मंडी का मतलब है दुनिया की मंडी। ਅਸੀਂ ਸੋਚ ਰਹੇ ਹਾਂ ਕਿ ਫੀਡਬੈਕ ਕਿਸਾਨਾਂ ਦੀ ਇਹਨਾਂ ਨੇ ਕਿਹਾ ਕਿ ਇਹ ਮੰਡੀ ਦਾ ਮਤਲਬ ਹੈ ਦੁਨੀਆ ਦੀ ਮੰਡੀ ਹੋਣੀ, ਬਾਜ਼ਾਰ ਹੋਣਾ। ਤਾਂ ਇਹਦੇ ਜੇ ਪਾਬੰਦੀਆਂ ਹੈ। ਖਾਸ ਕਰ ਮੈਂ ਪਹਿਲੇ ਵੀ ਪੰਜਾਬ ਵਿੱਚ ਆਇਆ, ਕਿਸਾਨਾਂ ਨੇ ਕਿਹਾ ਕਿ ਸਾਨੂੰ ਮੰਡੀ ਮਿਲਣੀ ਚਾਹੀਏ, ਔਰ ਅਗਰ ਮੰਡੀ ਨਹੀਂ ਮਿਲਦੀ ਤੇ ਉਹਦੇ ਕਰਕੇ ਸਾਨੂੰ MSP ਮਿਲਣੀ ਚਾਹੀਏ, ਉਹਦਾ ਸਪੋਰਟ ਮਿਲਣੀ ਚਾਹੀਏ। ਅਗਰ ਸਰਕਾਰ ਦੀ ਸਪੋਰਟ ਨਹੀਂ ਹੋਈ ਤੇ ਕਿਸਾਨ ਦੀ ਫਸਲ ਲੁੱਟੀ ਜਾਣਗੀ। ਇਹ ਕਿਸਾਨਾਂ ਦਾ ਸਪਸ਼ਟ ਕਹਿਣਾ ਹੈ, ਪੰਜਾਬ ਦੇ ਕਿਸਾਨਾਂ ਦਾ। ਉਹ ਸਰਕਾਰ ਨਹੀਂ ਦਿੰਦੀ ਤੇ ਸਾਨੂੰ ਇਹ ਜਿਹੜੀ MSP ਵੀ ਲਾਗਤ ਦੇ ਆਧਾਰ ਤੇ ਹੋਣੀ ਚਾਹੀਏ। ਇਹਦੀ ਇਹ ਨਹੀਂ ਹੋਣਾ ਚਾਹੀਏ ਜਿਹੜੇ ਮੌਜੂਦਾ MSP ਹੈ ਉਹ ਸਾਨੂੰ ਸਵੀਕਾਰ ਨਹੀਂ ਹੈ। ਇਹ ਗੱਲ ਹੋਈ। ਕਿੰਨੀ ਦੇਰ ਤੋਂ ਤੁਸੀਂ ਆਪਣੀ ਜਿਹੜੀ ਆ ਇਹ ਫੀਡਬੈਕ ਲੈ ਰਹੇ ਹੋ? ਸਾਡੀ 2 ਮੀਟਿੰਗ ਹੋਈ। ਪਹਿਲੀ ਮੀਟਿੰਗ ਹੋਈ ਸਾਡੀ ਦਿੱਲੀ, ਦੂਜੀ ਮੀਟਿੰਗ ਹੋਈ हैदराबाद ਜੀ। ਉਹ हैदराबाद ਵਿੱਚ ਸਾਡਾ ਇੱਕ ਮਸਲਾ ਤੈਅ ਹੋਇਆ ਨੈਚੁਰਲ ਫਾਰਮਿੰਗ। ਨੈਚੁਰਲ ਫਾਰਮਿੰਗ ਤੇ ਚਰਚਾ ਹੋਈ ਸੀ ਕਿ ਵੀ ਨੈਚੁਰਲ ਫਾਰਮਿੰਗ ਦਾ ਮਤਲਬ ਹੈ ਜੇ ਜ਼ਹਿਰ ਦੀ ਜਿਹੜੀ ਖੇਤੀ ਹੋ ਰਹੀ ਹੈ, ਪੈਸਟੀਸਾਈਡ ਦੀ, ਇਹਦੀ ਉਹਦੇ ਤੇ ਚਰਚਾ ਹੋਈ ਵੀ ਅਸੀਂ ਜਿਹੜੇ ਸ਼ੁਰੂ ਤੋਂ ਅਸੀਂ ਖੇਤੀ ਕਰ ਰਹੇ ਸੀ ਤੇ ਇਹਨੂੰ ਨੂੰ ਪ੍ਰੇਰਿਤ ਕਿਹਨੇ ਕੀਤਾ? ਇਹਨਾਂ ਨੇ ਸਰਕਾਰ ਨੇ ਯੂਰੀਆ ਦਿਆ, ਸਰਕਾਰ ਨੇ ਪੈਸਟੀਸਾਈਡ ਦੇਈ, ਸਰਕਾਰ ਨੇ ਟੈਕਨੋਲੋਜੀ ਦੇਈ। ਔਰ ਅਸੀਂ ਪੂਰੇ ਹਰਿਆਣਾ ਪੰਜਾਬ ਦੇ ਕਿਸਾਨਾਂ ਨੇ ਪੂਰੇ ਜਿਹੜੇ ਗੋਦਾਮ ਹੈ ਉਹ ਫਲੋ ਕਰ ਦਿਏ ਪੂਰੇ ਅੱਜ ਦੇਸ਼ ਵਿੱਚ ਕਿਤੇ। ਕਿਉਂਕਿ ਇੱਕ ਟਾਈਮ ਐਸਾ ਸੀ ਅਸੀਂ ਅਮਰੀਕਾ ਤੋਂ गेहूं ਲਿਆ ਕੇ ਦੇਸ਼ ਦੇ ਕਿਸਾਨਾਂ ਨੂੰ ਅਸੀਂ ਦੇ ਰਹੇ ਸੀ। ਉਹ ਹੁਣ ਸਥਿਤੀ ਨਹੀਂ ਹੈ। ਹੁਣ ਤੇ ਬਲਕਿ ਅਸੀਂ ਜਿਹੜੀ ਉਹ ਯੁੱਧ ਹੋਇਆ, ਯੁੱਧ ਦੇ ਬਾਅਦ ਸਾਡੀ ਮੰਗ ਹੈ ਕਣਕ ਦੀ ਵੀ ਹੈ, गेहूं ਦੀ ਵੀ ਹੈ। तो असी कह रहे हैं कि भी 2 तरह, एक तो जीवन
ਇਨਸਾਨ ਦੀ ਜੀਵਨ ਹੈ। ਇਹ ਜਿਹੜਾ ਜ਼ਹਿਰੀਲਾ ਖਾਣਗੇ ਤਾਂ ਕਿਸਾਨ ਤੇ ਉੱਤੇ ਇੱਕ ਪ੍ਰਕਿਰਤੀ ਦਾ ਇਹਦੇ ਤੇ ਪਹਿਲੀ ਸਾਡੀ ਦੂਜੀ ਮੀਟਿੰਗ ਉਹਦੇ ਨੈਚੁਰਲ ਫਾਰਮਿੰਗ ਤੇ ਹੋਈ, ਉਹ ਅਭੀ ਪੂਰੀ ਨਹੀਂ ਹੋਈ, ਉਹ ਭੁਵਨੇਸ਼ਵਰ 'ਚ 31 ਤਾਰੀਖ ਨੂੰ ਹੋਏਗੀ। ਮੈਂ ਪਾਸਾ ਪਟੇਲ ਸਾਰੇ ਸਾਥੀ ਜਾਣਗੇ ਔਰ ਉਹ ਚਰਚਾ ਹੋਏਗੀ ਕਿ ਜਿਹੜੀ ਕਿਸਾਨਾਂ ਦੀ ਸਮੱਸਿਆ ਹੈ ਉਹਦੇ ਤੇ ਚਰਚਾ। ਪਾਸਾ ਪਟੇਲ ਸਰਕਾਰ ਨੇ ਸਾਨੂੰ ਜ਼ਿੰਮੇ ਲਾਈ ਕਿ ਅਸੀਂ ਆਪਣੀ ਰਿਪੋਰਟ ਦੇਣ, ਅਸੀਂ ਕਿਸਾਨਾਂ ਨੂੰ ਮਿਲਾਂਗੇ, ਕਿਸਾਨਾਂ ਦੀ ਰਾਏ ਜਾਣਾਂਗੇ, ਉਹ ਉਹਨਾਂ ਨੂੰ ਕਰਕੇ ਉਹ ਸਾਡੀ ਰਾਏ ਹੈ ਉਹ ਸਰਕਾਰ ਤੱਕ ਪਹੁੰਚਾਵਾਂਗੇ। ਇੱਕ ਸਰਕਾਰ ਨੇ ਸਾਨੂੰ ਇਹ ਆਸ਼ਵਾਸਨ ਦਿਆ ਵੀ ਜਿਹੜੀ ਤੁਸੀਂ ਸਰਕਾਰ ਕੀਮਤ ਤੁਸੀਂ ਤੈਅ ਸਾਡੀ ਰਿਪੋਰਟ ਹੋਗੀ ਉਹਨੂੰ ਲਾਗੂ ਕਰੋਗੇ ਸੈਂਟਰ ਸਰਕਾਰ ਜਿਹੜੀ ਅਸੀਂ ਰਿਪੋਰਟ ਦੇਂਗੇ। ਅਸੀਂ ਸਰਕਾਰ ਨੂੰ ਕਿਹਾ ਕਿ ਵੀ ਟਾਈਮ ਖਾਣ ਦੀ ਜ਼ਰੂਰਤ ਨਹੀਂ, ਅਗਰ ਤੁਸੀਂ ਸਾਡੀ ਜਾ ਕੇ ਰੱਖਣੀ ਫਿਰ ਤਾਂ ਅਸੀਂ ਗੱਲ ਨਹੀਂ ਕਰਦੇ, ਇਹਦੇ ਤੇ ਕਾਰਵਾਈ ਕਰਨੀ। ਅਸੀਂ ਕਿਹਾ ਕਿ ਆਪਣੀ ਰਿਪੋर्ट देंगे। किसान आंदोलन में पंजाब का बहुत बड़ा रोल था, ये सही है। और अब सरकार ने जो कमेटी बनाई है, ये कमेटी में हमको सजेशन देना है, और सजेशन अगर सरकार को देनी है तो हम तो कुछ भगवान नहीं है पूरी समस्या। तो हमारा फ़र्ज़ ये है कि देश भर के किसानों से मिलकर उनकी राय समझ लेना और सरकार को समझाना। और सबसे बड़ा देश में सबसे खेती अगर कहीं अच्छी होती है तो पंजाब की होती है, तो पंजाब के किसानों को मिलना हमारा कर्तव्य है। और पंजाब और हरियाणा के किसानों को मिलने के लिए, इनके प्रतिनिधियों को मिलने के लिए भूपेंद्र सिंह मान जो हमारे एक्स MP है, इन्होंने हमको बोला कि हम आप संवाद सारे अच्छे किसानों के साथ में जो संवाद करना है वो हम करेंगे। आज हमने सारे किसानों से संवाद किया है और ऐसे और भी हम मीटिंग लेंगे। लेकिन भारत सरकार को जो रिपोर्ट देनी है वो रिपोर्ट में देश के सारे किसानों की मन की बात रहेगी, इतनी हम ये लेंगे। जनाब रिपोर्ट कब तक फाइनल, कब तक रिपोर्ट सबमिट करनी है सेंट्रल गवर्नमेंट को आप? देखिए, ऐसा कुछ टाइमिंग नहीं है कि इतने समय में दो, सारे को मिलके सारी बात समझ के फिर रिपोर्ट दो, ऐसा कहा गया है सभी स्टेट्स को। हाँ, सभी स्टेट को। तो हम 1 साल भर में ये पूरी रिपोर्ट पक्की करेंगे। 1 साल तक? 1 साल में। MSP ਕਮੇਟੀ ਦੇ ਮੈਂਬਰ ਠਾਕਰ ਗੁਨੀ ਪ੍ਰਕਾਸ਼ ਅਤੇ ਪਾਸ਼ਾ ਪਟੇਲ ਉਹਨਾਂ ਨੇ ਕਿਹਾ ਹੈ ਵੀ ਜਿਹੜੀ ਕਿਸਾਨਾਂ ਦੀ ਜਿਹੜੀਆਂ ਮੰਗਾਂ ਹਨ MSP ਦੇ ਤਹਿਤ, ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਵੀ ਜਿਹੜੀ ਖੁੱਲੀ ਮੰਡੀ ਹੋਣੀ ਚਾਹੀਦੀ ਹੈ, ਜਿਹਨੂੰ ਮੰਡੀ ਕਹਿੰਦੇ ਨੇ, ਜਿਹਦੇ 'ਚ ਕਿਸਾਨਾਂ ਦੇ ਆਪਣੀ ਜਿਨਸ ਦੇ ਵੱਧ ਤੇ ਠੀਕ ਰੇਟ ਮਿਲਣ, ਉਸ ਤਰ੍ਹਾਂ ਦੀ ਮੰਡੀ ਹੋਣੀ ਚਾਹੀਦੀ ਹੈ। ਨਾਲ ਹੀ ਭੁਪਿੰਦਰ ਸਿੰਘ ਮਾਨ ਉਹਨਾਂ ਨੇ ਕਿਹਾ ਹੈ ਵੀ ਜਿਹੜਾ ਵਾਹਗਾ ਬਾਰਡਰ ਜਿਹੜਾ ਹੈ ਉਹ ਖੋਲ੍ਹਿਆ ਜਾਏ ਤਾਂ ਕਿ ਜਿਹੜੀ ਹੈ ਖੇਤੀ ਦੀ ਜਿਨਸ ਜਿਹੜੀ ਹੈ ਵਧੀਆ ਰੇਟ ਮਿਲ ਸਕੇ। ਮੈਂ ਜਤਿੰਦਰ ਕਾਦ, ਅਜੀਤ ਵੈਬ TV ਬਟਾਲਾ।